ਤੇ ਆਪਣੀ ਉਹ ਠੀਕ ਹੈ। ਬਾਕੀ ਚੀਜ਼ਾਂ ਕਰ ਹੈ ਉਹ ਅੱਜ ਵੀ ਬਾਤ ਕਰ ਸੀ ਉੱਥੇ ਜਿੱਥੇ ਸਾਡੇ ਐਕਟੀ ਨੇ ਕਿ ਜੱਤਾ ਕਹਿ ਕੇ ਮੀਟਿੰਗ ਬੁਲਾਈ ਹੈ ਤੇ ਤੁਸੀਂ ਆ ਜਾਓ। ਮੈਂ ਵੀ ਉੱਥੇ ਗਿਆ ਪਰ ਉੱਥੇ ਵਿੱਚੋਂ ਮੈਨੂੰ ਬਹੁਤ ਸਾਰੇ ਸਾਥੀਆਂ ਨੇ ਦੱਸਿਆ ਕਿ ਸਾਨੂੰ ਦੱਸਿਆ ਨਹੀਂ ਗਿਆ ਸੀਗਾ ਕਿ ਉੱਥੇ ਕੀ ਪ੍ਰੋਗਰਾਮ ਹੈ। ਨਹੀਂ ਕਿਹਾ ਗਿਆ ਸੀਗਾ ਕਿ ਆਪਾਂ ਸਲਾਹ ਕਰਦੇ ਹਾਂ ਅਸੀਂ ਤਾਂ ਇਕੱਠੇ ਹੋ ਗਏ। ਤੋ ਇਹ ਅਜੇ ਸ਼ੁਰੂਆਤਾਂ ਆ, ਇੱਦਾਂ ਦਾ ਬੜਾ ਕੁਛ ਰਾਤ ਦਾ ਆਉਣਾ। ਪਰ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਜੋ ਇਲੈਕਸ਼ਨ ਹੈਗੇ ਆ, ਜੋ ਹਾਲਾਤ ਉਹ ਹੌਲੀ ਹੌਲੀ ਬਣਦੇ ਹੁੰਦੇ ਆ। ਅਜੇ ਇੱਕਦਮ ਮੈਂ BJP ਜੁਆਇਨ ਕਰਕੇ ਆਇਆ। ਕਈਆਂ ਨੂੰ ਪਾਰਟੀ ਬਦਲਣੀ ਰਾਤ ਨਹੀਂ ਆਉਂਦੀ, ਕਈਆਂ ਨੂੰ ਨਵੀਂ ਪਾਰਟੀ ਦਾ ਲੋਗੋ ਪਸੰਦ ਨਹੀਂ ਆਉਂਦਾ। ਸੋ ਇਹ ਕਈ ਚੀਜ਼ਾਂ ਹੈਗੀਆਂ। ਪਰ ਮੈਂ ਇਸ ਗੱਲ ਦੇ ਵਿੱਚ ਮੈਨੂੰ ਪਤਾ ਕਿ ਜੇ ਉਹ ਕਿਸੇ ਕਾਰਨ ਕਰਕੇ ਅੱਜ ਉੱਥੇ ਉਹ ਆ ਗਏ ਆ, ਉੱਥੇ ਬਹਿ ਗਏ ਤਾਂ ਆਉਂਦੇ ਦਿਨਾਂ ਦੇ ਵਿੱਚ ਮੇਰੇ ਨਾਲ ਵੀ ਹੋਰ ਵੀ ਸਾਥੀ ਹੈਗੇ ਆ। ਇਹਨਾਂ 'ਚੋਂ ਵੀ ਸਾਥੀ ਜਿਹੜੇ ਬਹੁਤ ਸਾਡੇ ਆ ਮੁੜ ਆਉਣਗੇ ਇੱਥੇ। ਜੇ ਚੰਗੇ ਦਿਨ ਨਹੀਂ ਰਹੇ, ਮਾੜੇ ਵੀ ਨਹੀਂ ਰਹਿਣੇ। ਔਰ ਮਰਦਾਂ ਦੇ ਉੱਤੇ ਹੀ ਮੁਸੀਬਤਾਂ ਪੈਂਦੀਆਂ ਹੁੰਦੀਆਂ ਤੇ ਮਰਦਾਂ ਨਾਲ ਮਰਦ ਹੀ ਖੜਦੇ ਹੁੰਦੇ ਆ। ਜਿਹੜੇ ਗਿੱਦੜ ਹੁੰਦੇ ਆ ਉਹ ਭੱਜ ਜਾਂਦੇ ਹੁੰਦੇ ਆ ਮੈਦਾਨ ਛੱਡ ਕੇ। ਸੋ ਮੈਨੂੰ ਆਪਣੇ ਸਾਥੀਆਂ ਤੇ ਪੂਰਾ ਭਰੋਸਾ ਜੇ ਅੱਜ ਇੱਕ ਵਾਰੀ ਗ੍ਰਾਫ ਹੁੰਦਾ ਆ ਉੱਤੇ ਨੂੰ ਜਾਂਦਾ, ਕਦੀ ਥੱਲੇ ਨੂੰ ਆਉਂਦਾ। ਅੱਜ ਜੇ ਉਸ ਡਾਊਨਫਾਲ ਤੇ ਆਇਆ ਤੇ ਸਵੇਰ ਤੋਂ ਦੇਖਿਓ ਤੁਸੀਂ, ਮੈਂ ਆ ਗਿਆ ਹੁਣ ਮੋਗੇ 'ਚ। ਮੈਂ ਇੱਥੋਂ 5-6 ਦਿਨ ਗੈਰ ਹਾਜ਼ਰ ਰਿਹਾ। ਸੋ ਅੱਜ ਮੈਂ ਆ ਗਿਆ। ਸੋ ਇਹ ਗ੍ਰਾਫ ਫਿਰ ਚੜ੍ਹਨਾ ਸ਼ੁਰੂ ਹੋ ਜਾਂਦਾ। ਜਿੱਥੇ ਮੈਂ 2017 ਦੀ ਗੱਲ ਕਰਾਂ, 2017 ਦੇ ਵਿੱਚ ਨਾ ਤਾਂ ਮੇਰੇ ਕੋਲੇ ਕੋਈ ਕੌਂਸਲਰ ਸਾਹਿਬਾਨ ਸੀ, ਨਾ ਮੇਰੇ ਕੋਲੇ ਕੋਈ ਪਿੰਡਾਂ ਦੇ ਵਿੱਚ ਸਾਥੀ ਸੀਗੇ। ਈਵਨ ਕੌਂਸਲਰ ਛੱਡ ਕੇ ਮੇਰੇ ਕੋਲ ਵਾਰਡਾਂ ਦੇ ਵਿੱਚ BCD ਕੋਈ ਵੀ ਬੰਦੇ ਨਹੀਂ ਸੀਗੇ ਸਿੱਧੇ ਤੌਰ ਤੇ। ਔਰ ਪਿੰਡਾਂ ਦੇ ਵਿੱਚ ਵੀ ਸਰਪੰਚ ਸਾਹਿਬਾਨ ਤੋਂ ਇਲਾਵਾ ਮੇਰੇ ਕੋਲੇ ਪਿੰਡਾਂ ਦੇ ਵਿੱਚ ਕਈ ਕਿਤੇ ਜਾ ਕੇ ਚਾਹ ਪੀਣ ਨੂੰ ਵੀ ਬੰਦੇ ਨਹੀਂ ਸੀ ਕਈ ਵਾਰੀ, ਕਈ ਪਿੰਡਾਂ। ਪਰ ਪਰਮਾਤਮਾ ਮੇਰੇ ਨਾਲ ਸੀ, ਮੇਰੇ ਸਾਥੀ ਮੇਰੇ ਨਾਲ ਸੀ। ਤੋ ਅਸੀਂ ਉਸ ਵੇਲੇ ਲੜਾਈ ਲੜੀ ਹੈ, ਪਿੰਡਾਂ ਦੇ ਵਿੱਚੋਂ ਵੀ ਸ਼ਹਿਰਾਂ ਦੇ ਵਿੱਚੋਂ ਵੀ। ਅਸੀਂ ਉਸ ਵੇਲੇ ਜਦੋਂ ਕੱਖ ਵੀ ਨਹੀਂ ਸੀ ਮੇਰੇ ਕੋਲੇ ਤਾਂ ਮੈਂ ਕਾਂਗਰਸ ਪਾਰਟੀ ਦਾ ਇੰਨਾ ਪਤਨ ਹੋਇਆ ਪਿਆ ਸੀ, ਇੰਨਾ ਬੁਰਾ ਹਾਲ ਸੀ। 3 ਸਾਲ ਪਹਿਲਾਂ ਹੀ 18,500 ਵੋਟ ਨਾਲ ਪਿੱਛੇ ਰਹੀ ਸੀ। ਔਰ ਉਹ ਵੀ ਜਦੋਂ ਜਿੱਤ ਕੇ ਉੱਧਰ ਚਲੇ ਗਏ ਤਾਂ ਬਹੁਤ ਸਾਰੇ ਹੋਰ ਵੀ ਕਾਂਗਰਸੀ ਜਿਹੜੇ ਜਾਂ ਪਾਰਟੀ ਛੱਡ ਗਏ ਸੀ ਜਾਂ ਉਹ ਦੂਜੀ ਪਾਰਟੀ ਜੁਆਇਨ ਕਰ ਗਏ ਸੀ। ਜੇ ਉਸ ਵੇਲੇ ਮੈਂ ਤੇ ਮੇਰੇ ਸਾਥੀ ਜਿੱਤ ਦਰਜ ਕਰਾ ਗਏ ਤੇ ਹੁਣ ਦੁਨੀਆ ਦੀ ਕੋਈ ਐਸੀ ਤਾਕਤ ਨਹੀਂ ਐਡੀ ਵੱਡੀ ਨੈਸ਼ਨਲ ਪਾਰਟੀ ਨਾਲ ਜੁੜ ਕੇ ਵੀ ਅਸੀਂ ਖਤਾ ਖਾ ਜਾਵਾਂਗੇ। ਇਹ ਦਿਨਾਂ ਦਾ ਹੇਰ ਫੇਰ ਆ। ਮੇਰੇ 5-7 ਦਿਨ 10 ਦਿਨ ਖੜ ਜਾਓ। ਮੈਂ ਮੋਟੀ ਜੀ ਗੱਲ ਹੀ ਕਹਿ ਦੇਣਾ ਕਿ ਅਜੇ ਤਾਂ ਇਲੈਕਸ਼ਨਾਂ ਦਾ ਆਗਾਜ਼ ਹੋਇਆ, ਬੜਾ ਕੁਝ ਤਾਂ ਠਾਂ ਹੁੰਦਾ। 10 ਦਿਨਾਂ ਬਾਅਦ ਤੁਸੀਂ ਦੇਖੋ ਇਹੀ ਵੇਵ ਜਿਹੜੀ ਆ ਤੇ ਮੇਰੇ ਨਾਲ ਮੇਰੇ ਸਾਥੀਆਂ ਦੇ ਨਾਲ ਜੁੜ ਕੇ ਤੁਹਾਨੂੰ ਲੱਗਣ ਨਾ ਲੱਗ ਪਏ ਵੀ ਮੋਗੇ ਤੋਂ ਫਿਰ ਇੱਕ ਵਾਰੀ ਹਰਜੋਤ ਤੇ ਉਹਦੀ ਟੀਮ ਜਿੱਤਦੀ ਆ। ਤੇ ਮੈਂ ਇਸ ਗੱਲ ਨੂੰ ਜਿੱਥੇ ਅੱਜ ਜਿਹੜੇ ਮੈਂ ਹਾਲਾਤਾਂ ਦੀ ਗੱਲ ਕਰਾਂ ਤਾਂ ਹਾਲਾਤ ਇਹੋ ਜਿਹੇ ਆ ਕਿ ਬੇਸ਼ੱਕ ਮੈਨੂੰ ਐਂ ਲੱਗਦਾ ਸੀਗਾ, ਸਾਰਿਆਂ ਨੂੰ ਐਂ ਲੱਗਦਾ ਸੀਗਾ ਕਿ BJP ਨੂੰ ਪਿੰਡਾਂ ਦੇ ਵਿੱਚੋਂ ਕਿਸੇ ਨੇ ਵੜਨ ਨਹੀਂ ਦਿੱਤਾ। ਪਰ ਮੇਰੇ ਸਾਥੀਆਂ ਦੇ ਕੱਲ ਵੀ WhatsApp ਦੇ ਉੱਪਰ ਮੈਸੇਜ ਪਾਏ ਉਹਨਾਂ ਨੇ। ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਸੀਗਾ ਵੀ ਜੇ ਤੁਹਾਨੂੰ ਪਿੰਡਾਂ 'ਚੋਂ ਵਿਰੋਧ ਲੱਗਦਾ ਤੁਸੀਂ ਹਾਲੇ ਸਿੱਧੇ ਤੌਰ ਤੇ ਨਾ ਜੁਆਇਨ ਕਰੋ। ਪਰ ਉਹਦੇ ਬਾਵਜੂਦ ਉਹਨਾਂ ਨੇ ਮੈਨੂੰ ਮੈਸੇਜ ਪਾਤੇ ਕਿ ਅਸੀਂ ਕਾਂਗਰਸ ਤੋਂ ਅਸਤੀਫਾ ਦਿੱਤਾ, ਅਸੀਂ ਹਰਜੋਤ ਕਮਲ ਦੇ ਨਾਲ ਭਾਜਪਾ ਜੁਆਇਨ ਕਰਦੇ। ਸੋ ਉਹ ਮੈਂ ਤੁਹਾਨੂੰ WhatsApp ਦੇ ਉੱਪਰ ਦਿਖਾ ਸਕਦਾ ਮੈਸੇਜ ਪਾਏ ਵੇ। ਬੰਦੇ ਕਹੋ ਮੈਂ ਬੰਦੇ ਮਿਲਾ ਸਕਦਾ ਇੱਥੇ ਖੜੇ। ਪਰ ਮੈਂ ਮੋਟੀ ਜੀ ਗੱਲ ਇੰਨੀ ਜਾਣਦਾ ਕਿ ਅੱਗੇ ਮੈਂ ਪੁੱਛਿਆ ਸਰਪੰਚ ਸਾਹਿਬ ਉਹਨਾਂ ਨੂੰ, ਉਹਨਾਂ ਦੇ ਪਿੰਡ 'ਚੋਂ ਵੋਟਾਂ ਕਿੰਨੀਆਂ ਪਈਆਂ। ਬੰਦੇ ਕਹੋ ਮੈਂ ਬੰਦੇ ਮਿਲਾ ਸਕਦਾ ਇੱਥੇ ਖੜੇ। ਪਰ ਮੈਂ ਮੋਟੀ ਜੀ ਗੱਲ ਇੰਨੀ ਜਾਣਦਾ ਕਿ ਅੱਗੇ ਮੈਂ ਪੁੱਛਿਆ ਸਰਪੰਚ ਸਾਹਿਬ ਉਹਨਾਂ ਨੂੰ, ਉਹਨਾਂ ਦੇ ਪਿੰਡ 'ਚੋਂ ਵੋਟਾਂ ਕਿੰਨੀਆਂ ਪਈਆਂ। ਇੱਕ ਪਿੰਡ 'ਚੋਂ 207 300 ਇੰਨੀਆਂ ਕੁ ਵੋਟਾਂ ਪਈਆਂ ਜਦੋਂ ਮੇਰਾ ਉੱਥੇ ਲੱਲਾ ਭੱਬਾ ਕੱਖ ਵੀ ਨਹੀਂ ਸੀਗਾ। ਸੋ ਅੱਜ ਤਾਂ ਮੈਂ ਸਲੀਨੇ ਵਾਲੇ ਸਰਪੰਚ ਨੇ ਨੂੰ ਪੁੱਛਿਆ ਆਪਣੀ ਬੇਟੀ ਨੂੰ, ਮੈਂ ਕਿਹਾ ਤੇਰੇ ਪਿੰਡ ਕਿੰਨੀਆਂ ਸੜਕਾਂ
ਗਲੀਆਂ ਬਣੀਆਂ 107 ਗਲੀਆਂ। ਦੂਜੇ ਪਿੰਡਾਂ ਨੂੰ ਪੁੱਛ ਲਓ, ਕੋਈ ਗਲੀ ਕੱਚੀ ਨਹੀਂ ਰਹਿ ਗਈ ਹੋਣੀ ਜਿੱਥੇ ਕੰਮ ਨਾ ਹੋਇਆ ਹੋਵੇ, ਕੋਈ ਪਿੰਡ ਨਹੀਂ ਇਹੋ ਜਿਹਾ ਰਹਿ ਗਿਆ ਹੋਣਾ। ਔਰ ਸ਼ਹਿਰ ਵਾਲੇ ਤੁਸੀਂ ਗਵਾਹ ਆ ਇਸ ਗੱਲ ਦੇ, ਤੁਸੀਂ ਸ਼ਹਿਰ ਵਾਲੇ ਗਵਾਹ ਆ। ਸ਼ਹਿਰ ਦੇ ਵਿੱਚ ਕਿੰਨੀਆਂ ਸੜਕਾਂ, ਕਿੰਨੀਆਂ ਗਲੀਆਂ, ਔਰ ਲੋਕਾਂ ਨੂੰ ਜਦੋਂ ਮੈਂ ਪੁੱਛਦਾ ਵੀ ਕੰਮ ਹੋਇਆ ਤਾਂ ਹਰੇਕ ਬੰਦਾ ਇਹ ਗੱਲ ਮੰਨਦਾ ਵੀ ਹਾਂ ਸ਼ਹਿਰ 'ਚ ਡਿਵੈਲਪਮੈਂਟ ਕੰਮ ਤਾਂ। ਫਿਰ ਕੋਈ ਦੁਨੀਆ ਦੀ ਇਹੋ ਜਿਹੀ ਤਾਕਤ ਨਹੀਂ ਜਿਹੜੀ ਕੰਮ ਹੋਏ ਨੂੰ ਲੋਕਾਂ ਨੂੰ ਮੋੜ ਲਿਆਵੇ। ਉੱਥੇ ਅੰਦਰ ਵੋਟ ਪੈਣੀ ਹੈ ਜਿਹਨੂੰ ਲੋਕਾਂ ਨੇ ਆਪਣੇ ਜ਼ਮੀਰ ਦੇ ਨਾਲ, ਪਿਆਰ ਦੇ ਨਾਲ ਵੋਟਾਂ ਪਾਉਣੀਆਂ। ਸੋ ਮੈਨੂੰ ਇਸ ਗੱਲ ਦਾ ਪੂਰਨ ਭਰੋਸਾ ਆਪਣੇ ਲੋਕਾਂ ਦੇ ਉੱਤੇ, ਆਪਣੇ ਪ੍ਰਮਾਤਮਾ ਦੇ ਉੱਤੇ ਕਿ ਇੱਕ ਵਾਰ ਤੋਂ ਫਿਰ 2017 ਵਾਲਾ ਇਤਿਹਾਸ ਜਿਹੜਾ ਉਹ ਦੁਹਰਾਇਆ ਜਾਊਗਾ। ਕਾਂਗਰਸ ਪਾਰਟੀ ਜੇ ਇਹ ਸੋਚਦੀ ਹੋਵੇ ਕਿ ਮੋਗੇ ਦੇ ਵਿੱਚੋਂ ਕਾਂਗਰਸ ਜਿੱਤਦੀ ਆ, ਮੋਗਾ ਕਾਂਗਰਸ ਦੀ ਸੀਟ ਆ, ਉਹ ਆਪਦਾ ਇਹ ਭੁਲੇਖਾ ਕੱਢ ਦੇਣ, ਕਿਉਂਕਿ ਇੱਥੇ ਬੀਜੇਪੀ ਹਮੇਸ਼ਾ ਅਕਾਲੀ ਦਲ ਦੇ ਨਾਲ ਰਲ ਕੇ ਚੋਣ ਲੜਦੀ ਰਹੀ ਹੈ ਤੇ ਬੀਜੇਪੀ ਦੇ ਜਿਹੜੇ ਵਰਕਰ, ਬੀਜੇਪੀ ਦੇ ਵੋਟਰ, ਉਹ ਅਕਾਲੀ ਦਲ ਦੇ ਚੋਣ ਨਿਸ਼ਾਨ ਦੇ ਉੱਤੇ ਸਿੱਧੀ ਵੋਟ ਨਹੀਂ ਪਾਉਂਦੇ ਰਹੇ। ਅੱਜ ਜਦੋਂ ਸਿੱਧੀ ਬੀਜੇਪੀ ਦਾ ਕਮਲ ਖਿੜਿਆ ਹੋਊਗਾ ਤਾਂ ਉਹ ਲੋਕ ਜਿਨ੍ਹਾਂ ਦੇ ਮੈਨੂੰ ਹਜ਼ਾਰਾਂ ਫੋਨ ਆਏ ਆ, ਉਹਨਾਂ ਨੇ ਵੈਲਕਮ ਕੀਤਾ ਮੈਨੂੰ ਪਰਿਵਾਰ 'ਚ ਆਉਣ ਲਈ, ਉਹਨਾਂ ਲੋਕਾਂ ਦੀਆਂ ਵੋਟਾਂ ਧੜਾ ਧੜ ਪੈਣੀਆਂ, ਅੰਦਰ ਖਾਤੇ ਪੈਣੀਆਂ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਪੈਣੀਆਂ। ਮੈਨੂੰ ਇਸ ਗੱਲ ਦਾ ਪਤਾ ਕਿ ਮੇਰੇ ਪਿੰਡਾਂ ਦੇ ਵਿੱਚੋਂ ਜਿੱਥੋਂ 207 ਵੋਟ ਪੈ ਕੇ ਵੀ ਮੈਂ MLA ਬਣ ਗਿਆ, ਉੱਥੋਂ ਅੱਜ ਜਿੰਨਾ ਕੰਮ ਹੋਇਆ 200 ਕੁਛ ਨਹੀਂ, ਇਹ ਤੋਂ ਬਹੁਤ ਵੱਧ ਵੋਟਾਂ ਪੈਣਗੀਆਂ। ਸੋ ਇਹ ਅੰਡਰ ਕਰੰਟ ਵੀ ਅਸੈਸ ਜਿਹੜਾ ਆ ਉਹਨੂੰ ਤੁਸੀਂ ਨੈਗੇਟਿਵ ਨਾ ਕਰੋ। ਸੋ ਇਹ ਜਿਹੜੇ ਲੋਕਾਂ ਦਾ ਜੁੜਨਾ, ਮੈਨੂੰ ਜਿੰਨੇ ਕੁ ਫੋਨ ਆਏ ਆ, ਜਿੰਨੇ ਕੁ ਲੋਕਾਂ ਨੇ ਮੈਨੂੰ ਜੀ ਆਇਆਂ ਕਿਹਾ, ਹੁਣ ਵੀ ਤੁਹਾਡੇ ਸਾਹਮਣੇ ਮੈਂ ਇੱਦਾਂ ਹੀ ਖੜਾ ਸੀ ਤੇ ਸਾਥੀ ਆ ਕੇ ਗਲ 'ਚ ਸਰੋਪਾ ਦੇ ਆ ਫੁੱਲਾਂ ਦਾ ਗੁਲਦਸਤਾ ਦੇ ਗਏ। ਸੋ ਇਸ ਕਰਕੇ ਮੈਨੂੰ ਇਸ ਗੱਲ ਦਾ ਪੂਰਾ ਭਰੋਸਾ ਕਿ ਜਿਸ ਤਰ੍ਹਾਂ ਹਰਜੋਤ ਕਮਲ 2017 ਦੇ ਵਿੱਚ MLA ਬਣਿਆ ਸੀ, ਉਸੇ ਤਰ੍ਹਾਂ ਪ੍ਰਮਾਤਮਾ ਨੇ ਔਰ ਮੇਰੇ ਲੋਕਾਂ ਨੇ ਫਿਰ ਮੇਰੇ ਤੇ ਕਿਰਪਾ ਕਰਨੀ ਹੈ ਔਰ ਮੈਂ ਫਿਰ ਬਣ ਜਾਣਾ। ਜੇ ਅੱਜ ਕਿਸੇ ਨੂੰ ਇਹ ਲੱਗਦਾ ਕਿ ਬੀਜੇਪੀ ਜੁਆਇਨ ਕਰਨ ਕਰਕੇ ਕਾਂਗਰਸ ਮੈਂ ਨਹੀਂ ਛੱਡੀ, ਕਾਂਗਰਸ ਨੇ ਮੈਨੂੰ ਤੇ ਮੇਰੇ ਸਾਥੀਆਂ ਨੂੰ ਛੱਡਿਆ। ਇੱਥੇ ਅਸੀਂ ਬੈਠੇ ਰਹਿ ਗਏ ਤੇ ਉਹ ਸਿੱਧੇ ਉੱਥੇ ਜਾ ਕੇ ਉਹਨਾਂ ਨੂੰ ਜੁਆਇਨ ਕਰਾ ਕੇ ਤੇ ਬਾਹਰੋਂ ਬਾਹਰ ਚੜ ਗਏ। ਮੇਰੇ ਸਾਥੀਆਂ ਨੇ ਇਸ ਗੱਲ ਦਾ ਔਰ ਮੈਂ ਵੀ ਇਸ ਗੱਲ ਦਾ ਬੁਰਾ ਮਨਾਇਆ ਕਿ ਘੱਟੋ ਘੱਟ ਇੱਥੇ ਸਾਰੀ ਕਾਂਗਰਸ ਬੈਠੀ ਸੀ। ਇੱਕ ਵਾਰੀ ਮੁੱਖ ਮੰਤਰੀ ਸਾਹਿਬ ਤੇ ਇੱਕ ਵਾਰੀ ਪ੍ਰਧਾਨ ਨੂੰ ਆ ਕੇ ਆਪਣੇ ਬੰਦਿਆਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਸੀ। ਸੋ ਸਾਡੇ ਬਹੁਤ ਸਾਰੇ ਸੂਝਵਾਨ ਸਾਥੀ ਜਿਹੜੇ ਦਿਲ ਰੱਖਦੇ ਆ, ਜਿਹੜੇ ਦਿਮਾਗ ਰੱਖਦੇ ਆ, ਉਹ ਇਸ ਗੱਲ ਵਾਸਤੇ ਡਟੇ ਪਏ ਆ ਕਿ ਜੇ ਪਾਰਟੀ ਨੂੰ ਸਾਡੀ ਲੋੜ ਨਹੀਂ, ਜੇ ਪਾਰਟੀ ਸਾਨੂੰ ਬੈਠਿਆਂ ਖੜਿਆਂ ਨੂੰ ਛੱਡ ਕੇ ਤੇ ਉੱਥੇ ਚਲ ਗਏ, ਤੇ ਜੇ ਪਾਰਟੀ ਨੂੰ ਲੱਗਦਾ ਵੀ ਸੋਨੂੰ ਸੂਦ ਜੀ ਨੇ ਆਪਦੀ ਪ੍ਰਸਿੱਧੀ ਦੇ ਨਾਲ ਮੋਗੇ ਵਾਲੀ ਸੀਟ ਵੀ, ਪੰਜਾਬ ਸਾਰਿਆਂ ਨੂੰ ਤੇ ਯੂਪੀ ਨੂੰ ਵੀ ਜਿਤਾ ਲੈਣਾ, ਤਾਂ ਫਿਰ ਉਹਨਾਂ ਦੀ ਇੱਕ ਖੁਸ਼ਫਹਿਮੀ, ਉਹਨਾਂ ਨੂੰ ਮੁਬਾਰਕ ਹੋਵੇ। ਪਰ ਮੈਂ ਦੱਸਦਾ ਕਿ ਪਿੰਡਾਂ ਦੇ ਵਿੱਚੋਂ ਕਿਸਾਨ ਮੋਰਚੇ ਨੇ, ਝਾੜੂ ਨੇ, ਸਾਰੀਆਂ ਸੀਟਾਂ ਦਾ ਜਿਹੜਾ ਤਵੱਜਨ ਆ ਉਹਨੂੰ, ਬੈਲੈਂਸ ਨੂੰ ਜਿਹੜਾ ਹੈਗਾ ਉਹ ਡਿਸਟਰਬ ਕਰਨਾ। ਸੋ ਇਸ ਵਾਰੀ ਪੰਜਾਬ ਦੇ ਵਿੱਚੋਂ ਜਿਹੜੀ ਨੈਸ਼ਨਲ ਪਾਰਟੀ ਆ, ਜਿਹਦਾ ਬਹੁਤ ਵੱਡਾ ਇੱਕ ਕੇਡਰ ਹੈਗਾ ਜਿਹੜਾ ਕੰਮ ਕਰਦਾ ਥੱਲੇ ਅੰਡਰ ਦਾ ਕਾਰਪੈਟ, ਉਹ ਐਤਕੀ ਵੱਡੀ ਪੱਧਰ ਦੇ ਨਾਲ, ਵੱਡੇ ਮਾਰਜਨ ਦੇ ਨਾਲ ਜਿੱਤੂਗੀ। ਔਰ ਬੀਜੇਪੀ ਚਾਹੇ ਇਕੱਲੀ ਨਾ ਬਣਾ ਸਕੇ, ਅਲਾਇੰਸ ਨਾਲ ਬਣਾਵੇ, ਪੰਜਾਬ 'ਚ ਸਰਕਾਰ ਬਣਾਵੇ। ਵਿਧਾਇਕ ਸਾਹਿਬ, ਮੇਅਰ ਸਾਹਿਬ, ਡਿਪਟੀ ਮੇਅਰ, ਸੀਨੀਅਰ ਡਿਪਟੀ ਮੇਅਰ ਕਹਿੰਦੇ ਕਿ ਅਸੀਂ ਕਾਂਗਰਸ ਦੇ ਨਾਲ ਆ ਜੀ। ਉਹਨਾਂ ਨੇ ਅੱਜ ਕਿਹਾ ਵੀ ਕਾਂਗਰਸ ਦੇ ਨਾਲ ਆ, ਉਸਨੂੰ ਕਿਸ ਤਰ੍ਹਾਂ ਦੇਖਦੇ ਹੋ? ਲੱਗਦਾ ਕਿ ਹਰਜੋਤ ਕਮਲ ਨੇ ਜਿਹੜਾ ਕਮਲ ਦਾ ਫੁੱਲ ਫੜਿਆ ਉਹਦੇ ਨਾਲ ਵੀ ਆਉਣਗੇ ਫੁੱਲ ਜਲ? ਦੇਖੋ, ਉੱਥੇ ਮੀਟਿੰਗ ਲਈ ਬੁਲਾਇਆ ਗਿਆ ਸੀਗਾ, ਉੱਥੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀਗਾ ਵੀ ਉਹ ਮੀਟਿੰਗ ਕਾਹਦੇ ਵਾਸਤੇ ਹੈ। ਸੋ ਮੈਂ, ਮੇਅਰ ਸਾਹਿਬ ਮੇਰੇ ਕੋਲੇ ਬੈਠੇ ਨੇ, ਮੇਰੇ ਕੋਲੇ ਕੌਂਸਲਰ ਅੰਦਰ ਹੋਰ ਵੀ ਬੈਠੇ ਨੇ। ਇੱਦਾਂ ਦੀ ਇਹ ਤਾਂ ਅੱਗੇ ਦੇਖ ਹੁੰਦਾ ਕੀ ਹੈ, ਇਹ ਤਾਂ ਅਜੇ ਸ਼ੁਰੂਆਤ ਆ। ਇੱਥੇ ਬੜਾ ਕੁਝ ਹੋਣਾ, ਬੜਾ ਉਤਰਾਅ ਹੋਣਾ, ਬੜਾ ਚੜਾਅ ਹੋਣਾ। ਮੈਂ ਵੀ ਜਿਨ੍ਹਾਂ ਦੇ ਨਾਲ ਹੱਥ ਮਿਲਾਇਆ, ਉਹ ਵੀ ਕੋਈ ਮਾੜੀ ਧੀੜੀ ਪਾਰਟੀ ਨਹੀਂ, ਕੋਈ ਮਾੜਾ ਧੀੜਾ ਉਹਨਾਂ ਦਾ ਗ੍ਰਾਫ ਨਹੀਂ। ਸੋ ਸਾਰਾ ਕੁਝ ਹੀ ਹੋਊਗਾ।